अस्सलामु अलैकुम वरहमतुल्लाहि वबरकातुहू। ਵਲੈਂਸੀਆ ਤੋਂ ਅਸੀਂ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦੇ ਮਜ਼ੇ ਲੁੱਟਦੇ ਹੋਏ ਕਰਤਬਾ ਦੇ ਕੋਲ ਪਹੁੰਚੇ ਸਾਂ ਕਿ ਸ਼ਾਮ ਪੈ ਗਈ। ਕੁਰਤਬਾ ਸ਼ਹਿਰ ਤੋਂ 35 ਕਿਲੋਮੀਟਰ ਪਹਿਲਾਂ ਅਦਮੁਸ ਨਾਮੀ ਕਸਬੇ ਵਿੱਚ ਰਾਤ ਕੱਟਣ ਦਾ ਫੈਸਲਾ ਕੀਤਾ। 3000 ਦੀ ਆਬਾਦੀ ਵਾਲੇ ਇਸ ਕਸਬੇ ਦੇ ਸਾਨ ਆਂਦਰੀਅਸ ਨਾਮੀ ਹੋਟਲ ਦੇ ਵਿੱਚ ਅਸਾਂ ਰਾਤ ਕੱਟੀ। ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ। ਸੁਬਹਾਨੱਲਜ਼ੀ ਸੱਖਰ ਲਨਾ ਹਾਜ਼ਾ ਵਮਾ ਕੁਨਾ ਲਹੂ ਮੁਕਰਿਨੀਨ व इन्ना इला रब्बना लमुनकलिबून। अल्लाहुम्मा इन्ना नसअलुका फी सफरना हाज़ल बिर्र वत्तक़वा। ਰੱਬ ਦੀ ਪਨਾਹ ਵਿੱਚ ਆਉਣ ਦੀ ਦੁਆ ਤੋਂ ਬਾਅਦ ਉਹਦੀ ਵਡਿਆਈ ਕੀਤੀ ਜਿਹਨੇ ਸਾਡੇ ਵਾਸਤੇ ਸਫ਼ਰ ਦੀਆਂ ਆਸਾਨੀਆਂ ਪੈਦਾ ਕੀਤੀਆਂ, ਅਤੇ ਉਹਦਾ ਸ਼ੁਕਰ ਕਰਦਿਆਂ ਹੋਇਆਂ ਅੱਜ ਦਾ ਸਫ਼ਰ ਸ਼ੁਰੂ ਕਰਨੇ ਆ। ਪਿਛਲੇ ਸਫ਼ਰ ਦੀ ਤਰ੍ਹਾਂ ਇਸ ਸਫ਼ਰ ਵਿੱਚ ਵੀ ਮੇਰਾ ਹੌਸਲਾ ਵਧਾਉਣ ਵਾਸਤੇ ਮੇਰੇ ਨਾਲ ਰਹਿਣਾ। ਰੱਬ ਨੇ ਖੈਰ ਕੀਤੀ ਤੇ ਇਹ ਖੂਬਸੂਰਤ ਸੜਕ ਜਿਹਦੇ ਦੋਵਾਂ ਪਾਸੇ ਜ਼ੈਤੂਨ ਦੇ ਵੱਡੇ ਵੱਡੇ ਬਾਗ ਨੇ ਤੇ ਨਾਲ ਖਜੂਰਾਂ ਦੇ ਦਰਖਤ ਲੱਗੇ ਨੇ, ਇਹ ਸਾਨੂੰ ਤਕਰੀਬਨ 5 ਮਿੰਟਾਂ ਵਿੱਚ ਕੁਰਤਬਾ ਸ਼ਹਿਰ ਵਿੱਚ ਪਹੁੰਚਾ ਦੇਗੀ। ਲਓ ਜੀ, ਗੱਲਾਂ ਗੱਲਾਂ ਵਿੱਚ ਅਸੀਂ ਕੁਰਤਬਾ ਸ਼ਹਿਰ ਪਹੁੰਚ ਗਏ ਹਾਂ ਅਤੇ ਹੁਣ ਅਸੀਂ ਆਪਣੀ ਗੱਡੀ ਨੂੰ ਪਾਰਕ ਕਰਨ ਵਾਸਤੇ ਕੋਈ ਪਾਰਕ ਹਾਊਸ ਲੱਭਾਂਗੇ। ਪਾਰਕ ਹਾਊਸ ਸਾਨੂੰ ਮਸਜਿਦ ਦੇ ਨੇੜੇ ਹੀ ਲੱਭ ਗਿਆ। ਮਸਜਿਦ ਦੇ ਨੇੜੇ ਇੱਕ ਇਨਫੋਰਮੇਸ਼ਨ ਸੈਂਟਰ ਦਾ ਰੁੱਖ ਕੀਤਾ ਅਤੇ ਉੱਥੋਂ ਅੱਜ ਵਾਸਤੇ ਜ਼ਰੂਰੀ ਇਨਫੋਰਮੇਸ਼ਨ ਲਈ। ਕੁਰਤਬਾ ਤਕਰੀਬਨ 33,000 ਦੀ ਆਬਾਦੀ ਵਾਲਾ ਸ਼ਹਿਰ ਹੈ। ਇਸਲਾਮੀ ਦੌਰ ਦੀ ਬਣੀ ਹੋਈ ਇੱਕ ਵੱਡੀ ਮਸਜਿਦ ਤੋਂ ਇਲਾਵਾ ਇੱਥੇ ਵੇਖਣ ਨੂੰ ਬਹੁਤ ਕੁਛ ਹੈ, ਜਿਹਦੇ ਵਿੱਚ 20 ਪਾਰਕ, ਯੂਨੀਵਰਸਿਟੀ ਅਤੇ ਬੇਸ਼ੁਮਾਰ ਥਾਵਾਂ ਨੇ। ਸਪੇਨ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇਹਦਾ ਨੰਬਰ ਤੀਸਰਾ ਗਿਣਿਆ ਜਾਂਦਾ ਹੈ। ਅਸੀਂ ਮਸਜਿਦ ਤੋਂ ਪਹਿਲਾਂ ਇੱਕ ਮਿਊਜ਼ੀਅਮ ਵੇਖਣ ਦਾ ਫੈਸਲਾ ਕੀਤਾ, ਜਿਹੜਾ ਮਸਜਿਦ ਤੋਂ ਬਹੁਤੀ ਦੂਰ ਨਹੀਂ। ਸ਼ਹਿਰ ਦੇ ਮਸ਼ਹੂਰ ਅਤੇ ਇੱਕ ਵੱਡੇ ਦਰਵਾਜ਼ੇ ਵਿੱਚੋਂ ਨਿਕਲ ਕੇ ਇੱਕ ਪੁਲ ਰਾਹੀਂ ਅਸੀਂ ਇਸ ਮਿਊਜ਼ੀਅਮ ਵਿੱਚ ਪਹੁੰਚਾਂਗੇ। ਤਾਰਿਕ ਬਿਨ ਜ਼ਿਆਦ ਦੇ ਹਮਲੇ ਤੋਂ ਬਾਅਦ ਇਹ ਸ਼ਹਿਰ ਇੱਕ ਜਰਨੈਲ ਮੁਗੀਸ ਰੂਮੀ ਦੇ ਹੱਥੋਂ ਫਤਿਹ ਹੋਇਆ। ਮੁਸਲਮਾਨਾਂ ਦੀ ਪਹਿਲੀ ਵੱਡੀ ਫਤਿਹ 711 ਵਿੱਚ ਹੋਈ। ਅਗਲੇ 2 ਸਾਲਾਂ ਦੇ ਵਿੱਚ ਸਾਰਾ ਸਪੇਨ ਫਤਿਹ ਹੋ ਚੁੱਕਿਆ ਸੀ ਅਤੇ ਤਾਰਿਕ ਬਿਨ ਜ਼ਿਆਦ ਨੂੰ ਵਾਪਸ ਬੁਲਾ ਲਿਆ ਗਿਆ। ਇਹ ਮਿਊਜ਼ੀਅਮ ਵੀ ਉਸੇ ਦੌਰ ਦੀ ਬਣੀ ਹੋਈ ਇੱਕ ਹਿਫਾਜ਼ਤੀ ਚੌਕੀ, ਜਿਹੜੀ ਪੁਲ ਦੀ ਹਿਫਾਜ਼ਤ ਵਾਸਤੇ ਬਣਾਈ ਗਈ ਸੀ, ਉਹਦੇ ਵਿੱਚ ਬਣਿਆ ਹੋਇਆ ਹੈ। ਇਹ ਮਿਊਜ਼ੀਅਮ ਆਪਣੇ ਦੌਰ ਦੇ ਮਸ਼ਹੂਰ ਸਾਇੰਸਦਾਨਾਂ ਅਤੇ ਫਲਸਫੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਮੈਮੂਨਿਦਾਸ, ਇਬਨ ਅਰਬੀ, ਅਲਫੋਂਸੂ ਅਤੇ ਇਬਨ ਰੁਸ਼ਦ ਦੇ ਮੁਜੱਸਮੇ ਇਹਦੇ ਵਿੱਚ ਲੱਗੇ ਹੋਏ ਨੇ। ਪੁਰਾਣੇ ਜ਼ਮਾਨੇ ਦੇ ਮੌਸੀਕੀ ਦੇ ਕੁਝ ਆਲਾਤ ਇਸ ਮਿਊਜ਼ੀਅਮ ਦੇ ਵਿੱਚ ਤਰਤੀਬ ਨਾਲ ਅਤੇ ਬੜੀ ਖੂਬਸੂਰਤੀ ਨਾਲ ਸਜਾਏ ਗਏ ਨੇ। ਉਹਦੇ ਨਾਲ ਹੀ ਉਹਨਾਂ ਦੇ ਕਾਰਨਾਮੇ, ਉਹਨਾਂ ਸਾਇੰਸਦਾਨਾਂ, ਉਹਨਾਂ ਫਲਸਫੀਆਂ ਦੇ ਕਾਰਨਾਮੇ ਮੁਖਤਲਿਫ ਸੂਰਤਾਂ ਦੇ ਵਿੱਚ ਇਹਦੇ 'ਚ ਵੇਖਣ ਨੂੰ ਮਿਲਦੇ ਨੇ, ਜਿਹਦੇ ਵਿੱਚੋਂ ਜਰਾਹੀ ਦੇ ਹਾਲਾਤ ਅਤੇ ਕੁਝ ਨਕਸ਼ੇ ਸ਼ਾਮਲ ਨੇ। ਸਾਰੀਆਂ ਸ਼ੈਵਾਂ ਨਾਲ ਇੱਕ ਨੰਬਰ ਲਿਖਿਆ ਸੀ ਅਤੇ ਉਹਨੂੰ ਦਬਾਉਣ 'ਤੇ ਉਸ ਸ਼ੈ ਦੇ ਬਾਰੇ ਮਾਲੂਮਾਤ ਹਾਸਲ ਹੋ ਜਾਂਦੀਆਂ ਸਨ। ਕੁਰਤਬਾ ਮਸਜਿਦ ਦੇ ਇੱਕ ਮਾਡਲ ਦੇ ਨਾਲ ਉਸ ਵਕਤ ਦੀਆਂ ਕੁਝ ਯਾਦਾਂ ਨੂੰ ਦੂਸਰੇ ਕਈ ਮਾਡਲਾਂ ਦੇ ਰਾਹੀਂ ਦਿਖਾਇਆ ਗਿਆ ਹੈ। ਹੱਥ ਦੀਆਂ ਬਣੀਆਂ ਹੋਈਆਂ ਕਈ ਖੂਬਸੂਰਤ ਵੱਡੀਆਂ ਵੱਡੀਆਂ ਪੇਂਟਿੰਗਾਂ ਵੀ ਇਸ ਮਿਊਜ਼ੀਅਮ ਦੀ ਸ਼ਾਨ ਵਧਾਉਂਦੀਆਂ ਨੇ। 3 ਮੰਜ਼ਿਲਾਂ ਵੇਖਣ ਤੋਂ ਬਾਅਦ ਅਸੀਂ ਇੱਕ ਚੰਗੀ ਜਿਹੀ ਥਾਂ ਵੇਖ ਕੇ ਸਾਹ ਲੈਣ ਵਾਸਤੇ ਬਹਿ ਗਏ।
ਉਹਦੇ ਬਾਅਦ ਉਹਨਾਂ ਪੌੜੀਆਂ ਦਾ ਰੁੱਖ ਕੀਤਾ ਜਿਹੜੀਆਂ ਮਿਊਜ਼ੀਅਮ ਦੀ ਛੱਤ 'ਤੇ ਲੈ ਜਾਂਦੀਆਂ ਨੇ। ਮਿਊਜ਼ੀਅਮ ਦੀ ਛੱਤ 'ਤੇ ਬਣੇ ਹੋਏ ਝਰੋਕਿਆਂ ਰਾਹੀਂ ਅਸੀਂ ਆਲੇ ਦੁਆਲੇ ਦੇ ਮੰਜ਼ਰਾਂ ਦਾ ਮਜ਼ਾ ਲਿਆ। ਬਾਹਰ ਪੁਲ 'ਤੇ ਸਿਆਹਾਂ ਦਾ ਰਸ਼ ਨਜ਼ਰ ਆਉਣ ਲੱਗ ਪਿਆ। ਹੁਣ ਅਸੀਂ ਇਸੇ ਪੁਲ ਦੀ ਰਾਹੀਂ ਦਰਿਆ ਤੋਂ ਪਰਲੇ ਪਾਸੇ ਬਣੀ ਹੋਈ ਵੱਡੀ ਮਸਜਿਦ ਨੂੰ ਵੇਖਣ ਜਾਣਾ ਹੈ। ਗਾਣੇ ਗਾ ਕੇ ਆਪਣੇ ਢਿੱਡ ਦੀ ਅੱਗ ਬੁਝਾਉਣ ਵਾਲੇ ਇੱਕ ਕਲਾਕਾਰ ਦੀ ਆਵਾਜ਼ ਪੁਲ ਤੋਂ ਗੂੰਜਣ ਲੱਗ ਪਈ। ਅਸੀਂ ਹੌਲੀ ਹੌਲੀ ਪੁਲ ਨੂੰ ਪਾਰ ਕੀਤਾ ਤੇ ਮਸਜਿਦ ਦੇ ਪਿਛਲੇ ਪਾਸੇ ਜਾ ਪੜੇ। ਮਸਜਿਦ ਦਾ ਪਿਛਲਾ ਪਾਸਾ ਵੀ ਦਿਲ ਮੋਹ ਲੈਣ ਵਾਲਾ ਮੰਜ਼ਰ ਪੇਸ਼ ਕਰਦਾ ਹੈ। ਸਾਡੇ ਆਲੇ ਦੁਆਲੇ ਮਸਜਿਦ ਵੇਖਣ ਵਾਲੇ ਲੋਕਾਂ ਦੀ ਭੀੜ ਜਿਹੀ ਸੀ, ਜਿਹਦੇ ਤੋਂ ਬਚਦੇ ਹੋਏ ਅਸੀਂ ਮਸਜਿਦ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਤੱਕ ਪਹੁੰਚ ਗਏ। ਬੂਹੇ ਤੇ ਅੱਪੜ ਕੇ ਪਤਾ ਲੱਗਿਆ ਕਿ ਅੰਦਰ ਜਾਣ ਵਾਸਤੇ ਟਿਕਟ ਲੈਣੀ ਜ਼ਰੂਰੀ ਹੈ। ਰਾਣਾ ਸਾਹਿਬ ਅੱਲਾ ਦਾ ਨਾਮ ਲੈ ਕੇ ਟਿਕਟਾਂ ਵਾਲੀ ਲਾਈਨ 'ਚ ਲੱਗ ਗਏ। ਮਸਜਿਦ ਦੇ ਵਿਹੜੇ ਵਿੱਚ ਮਾਲਟੇ ਤੇ ਖਜੂਰਾਂ ਦੇ ਬਹੁਤ ਸਾਰੇ ਦਰਖਤ ਸਨ ਜਿਹੜੇ ਫਲਾਂ ਦੇ ਨਾਲ ਲੱਦੇ ਹੋਏ ਸੀ। ਮੈਂ ਉੱਚੀਆਂ ਲੰਮੀਆਂ ਲਾਲ ਖਜੂਰਾਂ ਤੇ ਪੱਤਰ ਜਿਨ੍ਹਾਂ ਦੇ ਸਨ ਸਾਵੇ ਦਾ ਜਾਇਜ਼ਾ ਲੈ ਰਿਹਾ ਸੀ ਕਿ ਰਾਣਾ ਸਾਹਿਬ ਟਿਕਟ ਲੈ ਕੇ ਆ ਗਏ ਤੇ ਅਸੀਂ ਮਸਜਿਦ ਦੇ ਵਿੱਚ ਅੰਦਰ ਜਾਣ ਵਾਲੀ ਲਾਈਨ ਦੇ ਵਿੱਚ ਲੱਗ ਗਏ। ਕੁਰਤਬਾ ਦੀ ਇਹ ਜਾਮਿਆ ਮਸਜਿਦ, ਜਿਹਦਾ ਨੀਂਹ ਪੱਥਰ ਖਲੀਫਾ ਅਬਦੁਰ ਰਹਿਮਾਨ ਸੋਮ ਨੇ 959 ਈਸਵੀ ਦੇ ਵਿੱਚ ਰੱਖਿਆ ਸੀ ਤੇ ਬਾਅਦ ਵਿੱਚੋਂ ਆਉਣ ਵਾਲੇ ਖਲੀਫੇ ਇਹਦੇ ਵਿੱਚ ਆਪਣਾ ਹਿੱਸਾ ਪਾਉਂਦੇ ਗਏ ਤੇ ਇਹਨੂੰ ਵਧਾਉਂਦੇ ਗਏ। 8ਵੀਂ ਸਦੀ ਦੇ ਵਿੱਚ ਕੁਰਤਬਾ ਜੇ ਸ਼ਹਿਰ ਵਿੱਚ ਇਹੋ ਜਿਹੀ ਖੂਬਸੂਰਤ ਮਸਜਿਦ ਦਾ ਬਣਨਾ ਬੰਦਾ ਹੈਰਾਨੀ ਵਿੱਚ ਡੁੱਬ ਜਾਂਦਾ ਹੈ। ਸਤੂਨਾਂ ਦੇ ਉੱਤੇ ਬਣੀਆਂ ਹੋਈਆਂ ਦੋਹਰੀਆਂ ਮਿਹਰਾਬਾਂ ਤੇ ਨਕਸ਼ੋ ਨਗਾਰ ਵਾਲੀਆਂ ਖੂਬਸੂਰਤ ਛੱਤਾਂ ਦੇ ਵਿੱਚ ਹੀ ਇਸ ਮਸਜਿਦ ਦੀ ਖੂਬਸੂਰਤੀ ਦਾ ਰਾਜ਼ ਹੈ। ਇਹ ਖੂਬਸੂਰਤੀ ਤੇ ਇੰਨੇ ਸਾਰੇ ਸਤੂਨ ਵੇਖ ਕੇ ਹੀ ਅਲਾਮਾ ਇਕਬਾਲ ਹੋਰਾਂ ਆਖਿਆ ਸੀ, ਤੇਰਾ ਜਲਾਲੋ ਜਮਾਲ ਮਰਦੇ खुदा की दलील, वो भी जलीलो जमील, तू भी जलीलो जमील, तेरी बिना पायदार तेरे सतून बेशुमार, शाम के सहरा में हो जैसे हजूम नखील। ਮਹਿਰਾਬਾਂ, ਛੱਤਾਂ ਤੇ ਸਤੂਨਾਂ ਦੀ ਖੂਬਸੂਰਤੀ ਦੇ ਜਾਦੂ ਦੇ ਜਾਲ ਵਿੱਚੋਂ ਬੰਦਾ ਨਿਕਲ ਆਵੇ ਤੇ ਇਮਾਮ ਦੇ ਮਸੱਲਾ ਡਾਣ ਵਾਲੀ ਜਗ੍ਹਾ ਦੇ ਉੱਤੇ ਬਣੀ ਹੋਈ ਵੱਡੀ ਮਿਹਰਾਬ ਦੇ ਉੱਤੇ ਅਰਬੀ ਜ਼ੁਬਾਨ ਦੇ ਕੂਫੀ ਰਸਮੁਲ ਖਤ ਵਿੱਚ ਲਿਖੀਆਂ ਹੋਈਆਂ ਕੁਰਾਨ ਦੀਆਂ ਖੂਬਸੂਰਤ ਆਇਤਾਂ ਬੰਦੇ ਨੂੰ ਆਪਣੇ ਜਾਦੂ ਵਿੱਚ ਬੰਨ੍ਹ ਲੈਂਦੀਆਂ ਨੇ। ਇਸਲਾਮੀ ਦੌਰ ਦੀ ਇਸ ਖੂਬਸੂਰਤ ਯਾਦਗਾਰ ਦਾ ਇਹ ਇਸਲਾਮੀ ਹਿੱਸਾ ਹੁਣ ਮਸਜਿਦ ਦੀ ਥੋੜ੍ਹੀ ਜਿਹੀ ਜਗ੍ਹਾ ਦੇ ਉੱਤੇ ਹੀ ਬਾਕੀ ਬਚਿਆ ਹੈ। ਬਾਕੀ ਮਸਜਿਦ ਤੇ ਮਸੀਹੀ ਦੌਰ ਦੀਆਂ ਯਾਦਗਾਰਾਂ ਨੇ ਕਬਜ਼ਾ ਕਰ ਲਿਆ ਹੈ। ਮੇਰੇ ਕੋਲ ਹੀ ਯਾਤਰੀਆਂ ਦੇ ਇੱਕ ਜੱਥੇ ਨੂੰ ਇੱਕ ਬੀਬੀ ਇਸਲਾਮੀ ਦੌਰ ਤੇ ਮਸਜਿਦ ਦੀ ਤਾਰੀਖ ਆਪਣੀ ਜ਼ੁਬਾਨ ਵਿੱਚ ਵੀ ਦੱਸਦੀ ਸੀ। ਉਹਦੀਆਂ ਗੱਲਾਂ ਧਿਆਨ ਨਾਲ ਸੁਣਨ ਦੇ ਬਾਵਜੂਦ ਮੈਨੂੰ ਉਹਦੇ ਜਾਣਕਾਰੀ ਭਾਸ਼ਣ ਵਿੱਚੋਂ 3-4 ਲਫ਼ਜ਼ ਹੀ ਸਮਝ ਆਏ, ਕੁਰਾਨ, ਅਰਬੀ ਤੇ ਮੁਸਲਮ, ਤੇ ਮੈਨੂੰ ਸਾਕਿਬ ਜ਼ੇਰਵੀ ਸਾਹਿਬ ਦੇ ਕੁਝ ਸ਼ੇਰ ਯਾਦ ਆ ਗਏ।
स्पेन जुर्रत तारक की यादगार हंसी, स्पेन मिल्लत बैज़ा की अज़मतों का अमी। निगाहें बढ़ के जहाँ मौत से मिलाई थी, किनारे बहर जहाँ कश्तियाँ जलाई थी। जहाँ पे कुफ्र को तौहीद ने लताड़ा था, जहाँ पे परचमे इस्लाम हमने गाड़ा था। पलक झपकने में देखा फिर इनकलाबे जहाँ, फ़ज़ाएं बांझ हुई बुझ गए चिरागे अज़ां। सोच दे पंछी ने ਸਮੁੰਦਰ ਕੰਢੇ ਧੁਖਦੀਆਂ ਹੋਈਆਂ ਬੇੜੀਆਂ ਤੋਂ ਪ੍ਰਵਾਜ਼ ਸ਼ੁਰੂ ਕੀਤੀ ਤੇ ਚੜ੍ਹਦੇ ਸੂਰਜ ਦੀ ਲਾਲੀ ਤੇ ਸਜਰੀ ਸਵੇਰ ਦਾ ਨੂਰ ਵੇਖਿਆ, ਜਿਹਦੇ ਵਿੱਚ ਲੋਕੀ ਰੱਬ ਦੀ ਵਡਿਆਈ ਤੇ ਉਹਦਾ ਸ਼ੁਕਰ ਅਦਾ ਕਰਦੇ ਨਜ਼ਰ ਆਏ। ਉਹੋ ਹੀ ਨੂਰ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਰੱਬ ਦਾ ਫਜ਼ਲ ਇਲਮ, ਫਲਸਫੇ, ਸਾਇੰਸ ਤੇ ਤਿੱਬ ਦੀ ਸ਼ਕਲ ਵਿੱਚ ਸਪੇਨ ਦੇ ਮੁਸਲਮਾਨਾਂ ਤੇ ਦੂਜੇ ਲੋਕਾਂ ਦੇ ਹੁੰਦਾ ਹੋਇਆ ਨਜ਼ਰ ਆਇਆ। ਡੁੱਬਦੇ ਸੂਰਜ ਦੀ ਲਹੂ ਰੰਗੀ ਲਾਲੀ ਵਿੱਚ ਲੋਕਾਂ ਦੀਆਂ ਯਾਸ਼ੀਆਂ ਤੇ ਮਦੋਸ਼ੀਆਂ ਨੇ ਹਨੇਰ ਪਾ ਦਿੱਤਾ। ਇਨ੍ਹਾਂ ਕੁਤਾਹੀਆਂ ਤੇ ਗਫਲਤਾਂ ਦੇ ਹਨੇਰੇ ਦਾ ਮੁਕਾਬਲਾ ਅਬੁਲ ਹਸਨ ਦੇ ਹੱਥ ਵਿੱਚ ਫੜਿਆ ਹੋਇਆ ਦੀਵਾ ਨਾ ਕਰ ਸਕਿਆ। 1492 ਦੇ ਵਿੱਚ ਉਹਦੇ ਪੁੱਤਰ ਹੱਥੋਂ ਉਹ ਦੀਵਾ ਬੁਝ ਗਿਆ ਤੇ 800 ਸਾਲ ਤੋਂ ਕਾਇਮ ਮੁਸਲਮਾਨਾਂ ਦੀ ਹਕੂਮਤ ਦਾ ਖਾਤਮਾ ਹੋ ਗਿਆ। ਸੋਚ ਦਾ ਪੰਛੀ 800 ਸਾਲ ਦਾ ਪੈਂਡਾ ਕਰਕੇ ਜਦੋਂ ਮੁੜਿਆ ਤੇ ਮੇਰੀਆਂ ਅੱਖਾਂ ਵਿੱਚੋਂ ਕੋਈ ਗਰਮ ਜਿਹੀ ਸ਼ੈ ਨਿਕਲ ਕੇ ਮੇਰੀਆਂ ਗੱਲਾਂ ਵੱਲ ਟੁਰ ਪਈ। ਮੈਂ ਬੋਝੇ ਵਿੱਚੋਂ ਇੱਕ ਕਾਗਜ਼ੀ ਰੁਮਾਲ ਕੱਢ ਕੇ ਤੇ ਉਹਨੂੰ ਡੱਕਾ ਪਾਇਆ। ਰਾਣਾ ਸਾਹਿਬ ਮੇਰੇ ਤੋਂ ਥੋੜ੍ਹੀ ਦੂਰ ਆਪਣੇ ਮੋਬਾਈਲ ਨਾਲ ਫੋਟੋਆਂ ਖਿੱਚ ਕੇ ਤੇ ਆਪਣੇ ਦੋਸਤਾਂ ਨੂੰ ਘੱਲਣ ਵਿੱਚ ਮਸਰੂਫ ਸਨ। ਉਹ ਮੇਰੇ ਕੋਲ ਆਏ ਤੇ ਪੁੱਛਣ ਲੱਗੇ ਕਿ ਹੁਣ ਕਿੱਧਰ ਜਾਣਾ ਏ। ਮੈਂ ਉਨੀ ਦੇਰ ਵਿੱਚ ਕੰਧ ਤੇ ਲਮਕੇ ਹੋਏ ਥੈਲੇ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਤੇ ਮੂੰਹ ਨਾਲ ਲਾ ਲਈ ਸੀ। ਹੱਥ ਦਾ ਇਸ਼ਾਰਾ ਉਸ ਪਾਸੇ ਕੀਤਾ ਜਿੱਧਰ ਯਾਤਰੀਆਂ ਦਾ ਇੱਕ ਟੋਲਾ ਪਿਆ ਜਾਂਦਾ ਸੀ। ਬਹੁਤ ਸਾਰੇ ਯਾਤਰੀ ਮੁਸਲਮਾਨਾਂ ਦੀ ਕਿਤਾਬਾਂ ਛਾਪਣ ਵਾਲੀ ਪਹਿਲੀ ਮਸ਼ੀਨ ਦੇ ਕੁਝ ਬਲਾਕ ਜਿਹੜੇ ਉੱਥੇ ਬੜੀ ਤਰਤੀਬ ਨਾਲ ਸਜਾਏ ਗਏ ਸਨ, ਉਹਨੂੰ ਹੈਰਾਨੀ ਨਾਲ ਵੇਖ ਰਹੇ ਸਨ। ਮਸਜਿਦ ਦੇ ਅਗਲੇ ਹਿੱਸੇ ਵਿੱਚ ਈਸਾਈ ਬਾਦਸ਼ਾਹਤ ਦੌਰ ਦੀਆਂ ਕੁਝ ਯਾਦਗਾਰਾਂ ਨੇ, ਜਿਹਦੇ ਵਿੱਚੋਂ ਬਾਦਸ਼ਾਹਾਂ ਦੇ ਸੋਨੇ ਦੇ ਤਾਜ, ਪੁਸ਼ਾਕਾਂ, ਰੱਥ ਵਗੈਰਾ ਸਜਾਏ ਗਏ ਨੇ। ਮਸਜਿਦ ਦੇ ਵਿੱਚ ਹੀ ਇੱਕ ਚਰਚ ਬਣਾਇਆ ਹੋਇਆ ਹੈ, ਜਿਹਦੇ ਵਿੱਚ ਇਸ ਵੇਲੇ ਇਬਾਦਤ ਹੋ ਰਹੀ ਹੈ, ਜਦੋਂ ਕਿ ਮੁਸਲਮਾਨਾਂ ਨੂੰ ਮਸਜਿਦ ਦੇ ਵਿੱਚ ਇਬਾਦਤ ਕਰਨ 'ਤੇ ਪਾਬੰਦੀ ਹੈ। ਹੁਣ ਅਸੀਂ ਕੁਰਤਬਾ ਸ਼ਹਿਰ ਦੇ ਪੁਰਾਣੇ ਹਿੱਸੇ ਦੀਆਂ ਕੁਝ ਗਲੀਆਂ ਤੇ ਬਾਜ਼ਾਰਾਂ ਦੀ ਸੈਰ ਕਰਾਂਗੇ। ਬਾਜ਼ਾਰ ਦੇ ਇਸ ਹਿੱਸੇ ਦੇ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਦਾ ਇੱਕ ਵੱਡਾ ਹਿੱਸਾ ਕੁਰਤਬਾ ਮਸਜਿਦ ਵੇਖਣ ਆਉਣ ਵਾਲੇ ਸਿਆਹਾਂ ਦੇ ਨਾਲ ਜੁੜਿਆ ਏ। ਕਰੋਨਾ ਬਿਮਾਰੀ ਦੇ ਡਰ ਤੋਂ ਕੁਝ ਤੇ ਸਿਆਹਾਂ ਦੀ ਕਮੀ ਹੋਈ ਏ, ਕੁਝ ਬਦਲਦੇ ਮੌਸਮ ਦੀ ਵਜ੍ਹਾ ਤੋਂ ਅਕਸਰ ਦੁਕਾਨਦਾਰ ਗਾਹਕਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਕੁਰਤਬਾ ਦੀ ਇੱਕ ਗਲੀ ਵਿੱਚ ਪੁਰਾਣੇ ਦੌਰ ਦੇ ਇੱਕ ਮੁਸਲਿਮ ਸਾਇੰਸਦਾਨ ਦਾ ਮੁਜੱਸਮਾ ਵੇਖਿਆ ਤੇ ਧਿਆਨ ਇਸ ਦੌਰ ਦੇ ਇੱਕ ਵੱਡੇ ਸਾਇੰਸਦਾਨ ਡਾਕਟਰ ਅਬਦੁਲ ਸਲਾਮ ਵੱਲ ਟੁਰ ਗਿਆ।